न्यूज़ 18 ब्रेक तो बाद एक बार फिर तो ਤੁਹਾਡਾ ਸਵਾਗਤ ਹੈ। शहर ਦਾ ਸਰਤਾਜ ਕੌਣ ਹੋਏਗਾ, ਥੋੜੀ ਦੇਰ ਦੇ ਵਿੱਚ एक पिक्चर क्लीयर होनी शुरू हो जाएगी। महाकाव्य साडी जारी है, थोड़ी देर ਦੇ ਵਿੱਚ ਵੋਟਾਂ ਦੀ ਗਿਣਤੀ ਸ਼ੁਰੂ ਹੋਣ ਜਾ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਅੱਜ ਨਤੀਜੇ ਐਲਾਨੇ ਜਾਣੇ ਨੇ, ਜਿਹੜੀਆਂ ਐਤਵਾਰ ਨੂੰ ਵੋਟਾਂ ਪਈਆਂ ਸੀ। 7 ਨਗਰ ਨਿਗਮਾਂ ਤੇ 109 ਨਗਰ ਕੌਂਸਲਾਂ ਦੇ ਨਤੀਜੇ ਆਉਣਗੇ। ਤੁਹਾਨੂੰ ਦੱਸ ਦਈਏ ਕਿ 8 ਨਗਰ ਨਿਗਮਾਂ ਦੀਆਂ ਚੋਣਾਂ ਹੋਈਆਂ ਨੇ, VOTING ਹੋਈ ਸੀ, ਪਰ ਮੋਹਾਲੀ ਵਾਲੇ ਨਤੀਜੇ ਨਹੀਂ ਐਲਾਨੇ ਜਾਣੇ। ਅੱਜ ਮੋਹਾਲੀ ਵਾਲੇ ਨਤੀਜਿਆਂ ਦੇ ਲਈ ਕੱਲ ਤੱਕ ਦਾ ਇੰਤਜ਼ਾਰ ਕਰਨਾ ਹੋਏਗਾ। थोड़ी देर ਦੇ वोटां की गिनती शुरू होने जा रही है। दोपहर तक तस्वीर साफ होने की उम्मीद है। तुहाडे वार्ड दे विच कौन जितया, कौन हारिया, किसदा झंडा बुलंद होया, सब कुछ दसेगा तुहानू न्यूज़ 18। साडी कोशिश रहेगी तुहाडे वार्ड दा हाल तुहाडे तक पहुंचाइए, एक एक वार्ड दा हाल तुहाडे तक पहुंचावांगे। तुसीं साडे नाल बने रहो, पूरी स्क्रीन दे उत्ते तुहानू पूरा अपडेट नजर आएगा, पूरा अपडेट नजर आएगा। जिवें ईवीएम्स खुलनियां शुरू हो जाणगियां, कुछ ही पलां दे विच नतीजे साडे कोल पहुंचने शुरू हो जाणगे। सब तो तेज रफ्तार दे नाल तुहाडे तक पहुंचावांगे पूरी जानकारी। सीधा रुक करदे हुण फिलहाल असीं ये भी जानने की कोशिश करें कि किहो जिहियां तैयारियां ने वक-वक थावां दे उत्ते। हुण तो लैके चलदे हां सीधा सब तो पहलां जलंधर। सुरिंदर कंबोज साडे सहयोगी साडे नाल ने। सुरिंदर, की कुछ तैयारियां जलंधर च इस समय कित्थे मौजूद हो तुसीं? जलंधर दी चोण नूं लैके, चोणां दी वोटिंग नूं लैके की कुछ तैयारियां ने? बिल्कुल गौरव, जिद्दां कि 14 तरीक ਨੂੰ ਜਿਹੜੇ ਨਗਰ ਕੌਂਸਲ ਤੇ ਨਗਰ ਪੰਚਾਇਤ ਦੀਆਂ ਚੋਣਾਂ ਹੋਈਆਂ ਸੀ, ਈਵੀਐਮ ਦੇ ਵਿੱਚ ਨਤੀਜੇ ਜਿਹੜੇ ਸੀਗੇ ਉਹ ਕੈਦ ਕਰ ਦਿੱਤੇ ਗਏ ਸੀਗੇ ਲੋਕਾਂ ਵੱਲੋਂ। ਉਹਨਾਂ ਦੇ ਅੱਜ ਜਿਹੜੇ ਜੇਤੂ ਕਰਾਰ ਜਿਹੜੇ ਐਲਾਨੇ ਜਾਣੇ ਹੈਗੇ, ਇਨਾਮ ਐਲਾਨੇ ਜਾਣੇ ਹੈਗੇ ਆ। ਅਸੀਂ ਇਸ ਵੇਲੇ ਜਲੰਧਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਿਹੜੇ ਜਿੱਥੇ ਸਟਰੋਂਗ ਰੂਮ ਬਣਾਇਆ ਸੀ, ਕਰਤਾਰਪੁਰ ਹਲਕੇ ਦੇ ਜਿਹੜੇ ਲੋਕਾਂ ਨੂੰ ਵੋਟਾਂ ਪਈਆਂ ਸੀ, ਉਹਨਾਂ ਸਟਰੋਂਗ ਰੂਮ ਇੱਥੇ ਬਣਾਇਆ ਸੀਗਾ ਔਰ तमाम ਕੈਂਡੀਡੇਟ ਜਿਹੜੇ ਹੈਗੇ ਇੱਥੇ ਖੜੇ ਹੈਗੇ ਨੇ ਔਰ ਉਹਨਾਂ ਵੱਲੋਂ ਜਾਪ ਕੀਤਾ ਜਾ ਰਿਹਾ, ਵਾਹਿਗੁਰੂ ਸਤਨਾਮ ਦਾ ਜਾਪ ਕੀਤਾ ਜਾ ਰਿਹਾ। ਔਰ ਪਹਿਲੇ ਦੌਰ ਦੇ ਵਿੱਚ 1 ਤੋਂ ਲੈ ਕੇ 9 ਵਾਰਡ ਦੇ ਜਿਹੜੇ ਨਾਮ ਹੈਗੇ ਆ ਉਹ ਐਲਾਨੇ ਜਾਣੇ ਹੈਗੇ ਆ। ਕੁਝ ਕੈਂਡੀਡੇਟ ਨਾਲ ਹੈਗੇ, ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਸਤਿ ਸ਼੍ਰੀ ਅਕਾਲ ਭੈਣ ਜੀ, ਕਿਵੇਂ ਲੱਗ ਰਿਹਾ ਹੈਗਾ ਅੱਜ ਨਾਮ ਐਲਾਨੇ ਜਾਣੇ ਹੈਗੇ ਜੇਤੂਆਂ ਦੇ? ਬਹੁਤ ਮੇਰੇ ਵਾਸਤੇ ਤਾਂ ਬਹੁਤ ਔਖਾ ਜਿਹਾ ਲੱਗ ਰਿਹਾ। ਦਿਲ ਦੀ ਧੜਕਨ ਵੱਧ ਰਹੀ ਹੈਗੀ ਬਹੁਤ ਜ਼ਿਆਦਾ। ਮੇਰਾ ਤੇ ਐਂਟਰੀ ਕਰਨ ਨੂੰ ਵੀ ਦਿਲ ਨਹੀਂ ਕਰ ਰਿਹਾ ਸੀ, ਕਿਸੇ ਹੋਰ ਨੂੰ ਭੇਜਣ ਨੂੰ ਦਿਲ ਕਰ ਰਿਹਾ ਸੀ, ਪਰ ਫਿਰ ਵੀ ਮੈਂ ਇਹ ਹਿੰਮਤ ਕੀਤੀ ਕਿ ਚਲੋ ਨਾਲ ਨਾਲ ਵਾਹਿਗੁਰੂ ਜੀ ਦਾ ਨਾਮ ਲਵਾਂਗੇ ਤੇ ਵਾਕਈ ਇੱਥੇ ਵਾਹਿਗੁਰੂ ਜੀ ਦੇ ਸੇਵਕ ਜਿਹੜੇ ਸਾਨੂੰ ਮਿਲ ਗਏ। ਬਿਲਕੁਲ ਗੌਰਵ, ਜਿੱਦਾਂ ਕਿ ਬਸਪਾ ਤੋਂ ਉਮੀਦਵਾਰ ਹੈਗੇ ਨੇ ਔਰ ਵਾਹਿਗੁਰੂ ਦਾ ਜਾਪ ਵੀ ਕਰ ਰਹੇ ਹੈਗੇ, ਆਮ ਆਦਮੀ ਪਾਰਟੀ ਦੇ ਕੈਂਡੀਡੇਟ ਵੀ ਨਾਲ ਹੈਗੇ ਨੇ। ਸਰ, ਕਿਵੇਂ ਲੱਗ ਰਿਹਾ ਹੈਗਾ? ਬਹੁਤ ਵਧੀਆ ਲੱਗ ਰਿਹਾ ਜੀ ਮਾਹੌਲ ਇਸ ਟਾਈਮ। ਇਹ ਤੇ ਪਰਮਾਤਮਾ ਦੇ ਹੱਥ ਡੋਰਾ ਹੈ ਜੀ, ਜਿਹਦੇ ਸਿਰ ਤੇ ਤਾਜ ਰੱਖਣਾ ਉਹਦੀ ਮਨਜ਼ੂਰੀ ਉਹਨਾਂ ਨੂੰ ਦਿੱਤੀ ਹੋਈ ਹੈ ਜੀ। ਸਾਨੂੰ ਉਹਦੇ ਰੰਗ 'ਚ ਰਹਿਣਾ ਚਾਹੀਦਾ, ਵਧੀਆ ਗੱਲ ਆ। ਬਿਲਕੁਲ ਗੌਰਵ, ਜਿੱਦਾਂ ਕਿ ਵਾਹਿਗੁਰੂ ਦਾ ਜਾਪ ਹੋ ਰਿਹਾ ਹੈਗਾ ਔਰ ਨਾਲ ਦੀ ਨਾਲ ਦਿਲ ਦੀਆਂ ਧੜਕਣਾਂ ਜਿਹੜੀਆਂ ਹੈਗੀਆਂ ਕੈਂਡੀਡੇਟਸ ਦੀਆਂ ਉਹ ਵੀ ਵਧੀਆਂ ਹੋਈਆਂ ਵਾ ਔਰ ਹੋਰ ਵੀ ਕੈਂਡੀਡੇਟ ਹੈਗੇ ਨਾਲ, ਉਹਨਾਂ ਨਾਲ ਵੀ ਗੱਲ ਕਰਾਂਗੇ। ਔਰ ਉਸ ਤੋਂ ਬਾਅਦ ਜਿਹੜੇ ਇੱਥੇ ਦੇ ਸੁਰੱਖਿਆ ਇੰਚਾਰਜ ਹੈਗੇ ਨੇ ਸੁਖਪਾਲ ਸਿੰਘ ਜੀ, ਉਹਨਾਂ ਨਾਲ ਵੀ ਗੱਲ ਕਰਾਂਗੇ ਵੀ ਉਹਨਾਂ ਦੇ ਕਿੱਦਾਂ ਦੇ ਪੁਖਤਾ ਜਿਹੜੇ ਇੰਤਜ਼ਾਮ ਹੈਗੇ ਇੱਥੇ ਕੀਤੇ। ਸਰ, ਕਿੱਦਾਂ ਲੱਗ ਰਿਹਾ? ਮੈਂ ਬਹੁਤ ਵਧੀਆ ਲੱਗ ਰਿਹਾ ਜੀ। ਅੱਜ ਜਿਹੜੀ ਵੋਟਾਂ ਦੀ ਗਿਣਤੀ ਹੈਗੀ ਹੈ ਸੋ ਐਕਸਾਈਟਡ ਹੈ, ਵਧੀਆ ਹੋਊਗਾ। ਸਾਰੇ ਕਾਫੀ ਲੋਕਾਂ ਦਾ ਸਾਥ ਮਿਲਿਆ ਔਰ ਕਾਫੀ ਲੋਕਾਂ ਨੇ ਵੋਟਾਂ ਪਾਈਆਂ ਹੈਗੀਆਂ। ਹੁਣ ਦੇਖੋ, ਹੁਣ ਗਿਣਤੀ ਹੋ ਰਹੀ ਹੈ ਜੀ ਸੁਰਿੰਦਰ, ਗਿਣਤੀ ਤੋਂ ਹੁਣ ਇਹ ਰਿਜ਼ਲਟ ਆ ਜਾਣੇ। ਬਿਲਕੁਲ ਗੌਰਵ, ਜਿੱਦਾਂ ਥੋੜੀ ਦੇਰ ਬਾਅਦ ਈਵੀਐਮ ਦੇ ਜਿਹੜੇ ਮੂੰਹ ਖੋਲੇ ਜਾਣਗੇ ਔਰ ਕੁਝ ਘੰਟਿਆਂ ਬਾਅਦ ਹੀ ਜਿਹੜਾ ਜਿਹੜੇ ਨਾਮ ਹੈਗੇ ਆ ਉਹ ਜੇਤੂਆਂ ਦੇ ਨਾਮ ਜਿਹੜੇ ਉਹ ਐਲਾਨੇ ਜਾਣੇ ਹੈਗੇ ਨੇ। ਸੁਰੱਖਿਆ ਦੇ ਜਿਹੜੇ ਇੰਤਜ਼ਾਮ ਕੀਤੇ ਗਏ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ। ਸਰ, ਸੁਰੱਖਿਆ ਦੇ ਇੰਤਜ਼ਾਮ ਪੁਖਤਾ ਕੀਤੇ ਗਏ ਨੇ ਔਰ ਜਿੱਦਾਂ ਕੋਈ ਜੇਤੂ ਕਰਾਰ ਹੁੰਦਾ ਇੱਥੇ ਉਹਨਾਂ ਨੂੰ ਇੱਥੇ ਹੀ ਸੈਲੀਬ੍ਰੇਸ਼ਨ ਕਰਨ ਨੂੰ ਇਜਾਜ਼ਤ ਦਿੱਤੀ ਜਾਣੀ ਜਾਂ ਉਹਨਾਂ ਦੇ ਵਾਰਡ 'ਚ ਜਾ ਕੇ ਉਹ ਸੈਲੀਬ੍ਰੇਸ਼ਨ ਕਰਨਗੇ? ਪਹਿਲਾਂ ਤੇ ਜੀ ਅਸੀਂ ਜਿਹੜਾ ਸਿਕਿਉਰਿਟੀ ਦਾ ਪ੍ਰੋਪਰ ਪ੍ਰਬੰਧ ਕੀਤਾ ਇੱਥੇ, ਅੱਜ 140 ਮੁਲਾਜ਼ਮ ਅਸੀਂ ਇੱਥੇ ਤੈਨਾਤ ਕਰਤੇ ਆ ਤੇ ਜਿਹੜਾ ਜਿੱਤੇਗਾ ਉਹ ਇੱਥੇ ਸੈਲੀਬ੍ਰੇਟ ਨਹੀਂ ਕਰ ਸਕਦਾ, 200 ਗਜ ਤੋਂ ਬਾਹਰ ਜਾ ਕੇ ਉੱਥੇ ਹੀ ਸੈਲੀਬ੍ਰੇਸ਼ਨ ਕਰ ਸਕਦਾ ਆਪਣੀ ਜਿੱਤ ਦੀ। ਤੇ ਸਾਡੀ ਸਾਰਿਆਂ ਨੂੰ ਬੇਨਤੀ ਵੀ ਇਹੋ ਆ ਵੀ ਤੁਸੀਂ ਜੋ ਵੀ ਕਰਨਾ ਜਾ ਕੇ ਕਰਤਾਰਪੁਰ ਹੀ ਕਰੋ। ਵੈਸੇ ਵੀ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਵੀ ਕਰਤਾਰਪੁਰ ਦੇ ਇੰਨੇ ਵਧੀਆ ਲੋਕ ਔਰ ਕੈਂਡੀਡੇਟ ਤੇ ਇੰਨੇ ਵਧੀਆ ਨੇ ਵੀ ਇਹ ਬੜੀ ਪੀਸਫੁਲੀ ਨਾਲ ਇਹਨਾਂ ਨੇ ਇਲੈਕਸ਼ਨ ਵੀ ਕਰਾਈ ਹੈ ਤੇ ਅੱਜ ਵੀ ਕਾਊਂਟਿੰਗ ਕਰਾਉਣਗੇ। ਧੰਨਵਾਦ ਜੀ। ਬਿਲਕੁਲ ਗੌਰਵ, ਜਿੱਦਾਂ ਕਿ ਇਹ ਪਹਿਲੇ ਦੌਰ ਦੇ ਵਿੱਚ 1 ਤੋਂ ਲੈ ਕੇ 9 ਜਿਹੜੇ ਵਾਰਡ ਹੈਗੇ ਨੇ ਉਹਨਾਂ ਦੇ ਨਾਮ ਜਿਹੜੇ ਹੈਗੇ ਉਹ ਐਲਾਨੇ ਜਾਣੇ ਹੈਗੇ ਨੇ ਔਰ ਜਿੱਦਾਂ ਕਿ ਡੀਐਸਪੀ ਸਾਹਿਬ ਨੇ ਦੱਸਿਆ ਹੈਗਾ ਵੀ ਇੱਥੇ ਸੈਲੀਬ੍ਰੇਸ਼ਨ ਕਰਨ ਦੀ ਇਜਾਜ਼ਤ ਕਿਸੇ ਨੂੰ ਵੀ ਨਹੀਂ ਦਿੱਤੀ ਗਈ ਹੈਗੀ ਔਰ 200 ਗਜ ਤੋਂ ਦੂਰ ਜਿਹੜੇ ਸੈਲੀਬ੍ਰੇਸ਼ਨ ਕਰਨਗੇ ਔਰ ਹੋ ਸਕਦਾ ਹੈ ਉਹ ਆਪਣੇ ਵਾਰਡ ਦੇ ਵਿੱਚ ਹੀ ਜਾ ਕੇ ਸੈਲੀਬ੍ਰੇਸ਼ਨ ਕਰਨ। ਔਰ ਜੇ ਸੁਰੱਖਿਆ ਦੀ ਗੱਲ ਕਰੀਏ, ਸੁਰੱਖਿਆ ਦੇ ਇੰਤਜ਼ਾਮ ਪੂਰੇ ਕੀਤੇ। 140 ਦੇ ਕਰੀਬ ਜਿਹੜੇ ਜਵਾਨ ਹੈਗੇ ਆ ਪੰਜਾਬ ਪੁਲਿਸ ਦੇ ਉਹ ਇੱਥੇ ਮੌਜੂਦ ਹੈਗੇ ਨੇ। ਸੁਰੱਖਿਆ ਵੱਲੋਂ ਕਿਸੇ ਤਰ੍ਹਾਂ ਦੀ ਕੋਤਾਹੀ ਜਿਹੜੀ ਹੈਗੀ ਉਹ ਇੱਥੇ ਬਿਲਕੁਲ ਨਹੀਂ ਵਰਤੀ ਗਈ ਹੈਗੀ। ਗੌਰਵ,
ਠੀਕ ਹੈ, ਤਾਂ ਜਲੰਧਰ ਦੇ ਵਿੱਚ ਇਸ ਸਮੇਂ ਕੀ ਕੁਝ ਮਾਹੌਲ ਹੈ, ਕਿਉਂਕਿ ਉੱਥੇ ਵੀ ਨਗਰ ਕੌਂਸਲ ਦੀਆਂ ਵੱਖ-ਵੱਖ ਜਲੰਧਰ ਜ਼ਿਲ੍ਹੇ ਦੇ ਵਿੱਚ ਵੋਟਾਂ ਹੋਈਆਂ ਨੇ। ਅਸੀਂ ਅਪਡੇਟ ਲੈਣ ਦੀ ਕੋਸ਼ਿਸ਼ ਕਰਦੇ ਰਹਾਂਗੇ। ਇਸ ਵਿਚਾਲੇ ਸਾਡੇ ਨਾਲ ਲੁਧਿਆਣਾ ਤੋਂ ਜਸਵੀਰ ਬਰਾੜ ਸਾਡੇ ਸਹਿਯੋਗੀ ਜੁੜ ਰਹੇ ਨੇ, ਬਠਿੰਡਾ ਤੋਂ ਸਾਡੇ ਸਹਿਯੋਗੀ ਸੂਰਜ ਭਾਨ ਵੀ ਜੁੜ ਰਹੇ ਨੇ। ਪਹਿਲਾਂ ਰੁਕ ਕਰਦੇ ਹਾਂ ਅਸੀਂ ਜਸਵੀਰ ਦਾ। ਜਸਵੀਰ, ਕੀ ਕੁਝ ਇਸ ਸਮੇਂ ਮਾਹੌਲ ਹੈ, ਕਿੱਥੇ ਤੁਸੀਂ ਮੌਜੂਦ ਹੋ ਲੁਧਿਆਣਾ ਜ਼ਿਲ੍ਹਾ ਦੇ ਵਿੱਚ ਜਿੱਥੇ ਨਗਰ ਕੌਂਸਲ ਦੀਆਂ ਵੋਟਾਂ ਹੋਣੀਆਂ ਨੇ, ਕਿਹੋ ਜਿਹੇ ਇੰਤਜ਼ਾਮ ਕੀਤੇ ਗਏ? ਬਿਲਕੁਲ ਗੌਰਵ, ਇਸ ਟਾਈਮ ਤੇ ਅਸੀਂ ਜਿਹੜੇ ਆ ਲੁਧਿਆਣਾ ਦਾ ਨਜ਼ਦੀਕੀ ਜਿਹੜਾ ਮੁੱਲਾਪੁਰ ਦਾਖਾ ਹਲਕਾ, ਦਾਖਾ ਜਿਹੜੀ ਇੱਕ ਮੁੱਲਾਪੁਰ ਦੇ ਵਿੱਚ ਇੱਕ ਜਿਮਨੀ ਚੋਣ ਹੋਈ ਸੀਗੀ, ਉਸ ਦੀ ਕਾਊਂਟਿੰਗ ਜਿਹੜੀ ਆ 9 ਵਜੇ ਸ਼ੁਰੂ ਹੋ ਜਾਏਗੀ ਤੇ ਪੁਲਿਸ ਦੇ ਵੱਲੋਂ ਜਿਹੜੇ ਆ ਸੁਰੱਖਿਆ ਪ੍ਰਬੰਧ ਜਿਹੜੇ ਇਸ ਦੇ ਲਈ ਪੁਖਤਾ ਉਹ ਸਵੇਰ ਤੋਂ ਜਿਹੜੇ ਰਾਤ ਤੋਂ ਜਿਹੜੇ ਡਿਊਟੀ ਤੇ ਜਿਹੜੇ ਆ ਗਏ ਸੀਗੇ ਤੇ 9 ਵਜੇ ਜਿਹੜੀ ਇਸ ਦੀ ਕਾਊਂਟਿੰਗ ਹੈ ਜਿਹੜੀ ਉਹ ਸ਼ੁਰੂ ਹੋ ਜਾਏਗੀ। ਉਸ ਤੋਂ ਬਾਅਦ ਜਿਹੜਾ ਹੈ ਉਹਦੇ ਵਿੱਚ ਵੀ ਅੱਜ ਜਿਹੜੀ ਕਾਊਂਟਿੰਗ ਨਾਲ ਦੀ ਨਾਲ ਸ਼ੁਰੂ ਹੋਏਗੀ ਤੇ ਉਮੀਦਵਾਰ ਜੀ ਠੀਕ ਹੈ ਜਸਵੀਰ, ਤੁਹਾਡੀ ਆਵਾਜ਼ ਜਿਹੜੀ ਹੈਗੀ ਬਹੁਤ ਕਲੀਅਰ ਨਹੀਂ ਆ ਰਹੀ ਸਾਡੇ ਤੱਕ। ਅਸੀਂ ਦੁਬਾਰਾ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਤੋਂ ਜਾਣਕਾਰੀ ਲੈ ਸਕੀਏ। ਮੁੱਲਾਂਪੁਰ ਦੇ ਵਿੱਚ ਮੌਜੂਦ ਨੇ ਇਸ ਸਮੇਂ ਸਾਡੇ ਸਹਿਯੋਗੀ, ਤਾਂ ਅੱਗੇ ਵੀ ਕੀ ਕੁਝ ਉੱਥੇ ਅਪਡੇਟ ਹੁੰਦਾ ਅਸੀਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ। ਸਿੱਧਾ ਰੁਕ ਕਰਦੇ ਹਾਂ ਬਠਿੰਡਾ ਦਾ, ਸਾਡੇ ਸਹਿਯੋਗੀ ਸੂਰਜ ਭਾਨ ਉੱਥੋਂ ਜੁੜ ਰਹੇ ਨੇ। ਸੂਰਜ, ਕੀ ਕੁਝ ਇਸ ਸਮੇਂ ਤਿਆਰੀਆਂ, ਬਠਿੰਡਾ ਜ਼ਿਲ੍ਹਾ ਦਾ ਪੂਰਾ ਹਾਲ ਤੁਸੀਂ ਦੱਸ ਦੇਣਾ ਕਿ ਕਿਉਂਕਿ ਬਠਿੰਡਾ ਦੇ ਨੇੜਲੇ ਇਲਾਕਿਆਂ ਦੇ ਵਿੱਚ ਬਹੁਤ ਚਰਚਾ ਰਹੀ ਹੈ, ਬਹੁਤ ਗਹਿਮਾ ਰਹੀ ਹੈ ਪਿਛਲੇ ਕੁਝ ਦਿਨਾਂ ਦੇ ਵਿੱਚ। ਬਿਲਕੁਲ ਗੌਰਵ, ਪਹਿਲਾਂ ਤੁਹਾਨੂੰ ਵਿਜ਼ੂਅਲ ਦਿਖਾ ਦਿਆਂ ਕਿ ਇਸ ਤਰ੍ਹਾਂ ਦੇ ਹਾਲਾਤ ਕਿਸ ਤਰ੍ਹਾਂ ਦੇ ਨੇ। ਸੁਰੱਖਿਆ ਨੂੰ ਲੈ ਕੇ ਇੰਤਜ਼ਾਮ ਨੇ ਜਿਹੜੇ ਕਰੜੇ ਕੀਤੇ ਹੋਏ ਨੇ, ਕਿਉਂਕਿ ਪੰਜਾਬ ਦੇ ਵਿੱਚ ਪਹਿਲਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਈਆਂ ਸੀ ਚੋਣਾਂ ਤੋਂ ਪਹਿਲਾਂ, ਜਦੋਂ ਸੁਰੱਖਿਆ ਨੂੰ ਲੈ ਕੇ ਸਵਾਲ ਖੜੇ ਹੋ ਰਹੇ ਸੀ। ਪੁਲਿਸ ਦਾ ਜਿਹੜਾ ਅਮਲਾ ਹੈ ਤੁਹਾਨੂੰ ਨਜ਼ਰ ਆ ਰਿਹਾ। ਜੇ ਬਠਿੰਡਾ ਦੀ ਗੱਲ ਕੀਤੀ ਜਾਵੇ ਤਾਂ ਨਗਰ ਨਿਗਮ ਦੇ ਵਿੱਚ 50 ਵਾਰਡਾਂ ਦੇ ਜਿਹੜੀ ਚੋਣਾਂ ਦੀ ਗਿਣਤੀ ਹੋਣੀ ਹੈ, ਜਿਸ ਨੂੰ ਲੈ ਕੇ ਪੁਖਤਾ ਪ੍ਰਬੰਧ ਨੇ ਜਿਹੜੇ ਪੁਲਿਸ ਦੇ ਕੀਤੇ ਹੋਏ ਨੇ। ਬੈਰੀਗੇਡ ਲਾਏ ਹੋਏ ਨੇ, ਸਿਰਫ ਆਇਡੈਂਟੀ ਚੈੱਕ ਕਰਨ ਤੋਂ ਬਾਅਦ ਹੀ ਅੰਦਰ ਇਹਨਾਂ ਨੂੰ ਭੇਜਿਆ ਜਾਂਦਾ ਹੈ। ਔਰ ਨਗਰ ਕੌਂਸਲ ਦੀ ਗਿਣਤੀ ਹੈ ਜਿਹੜੀ 6 ਦੀ ਹੋਣੀ ਹੈ ਤੇ ਨਗਰ ਪੰਚਾਇਤਾਂ 7 ਦੀ ਹੋਣੀ ਹੈ। IHM ਦੇ ਬਾਹਰ ਅਸੀਂ ਖੜੇ ਹਾਂ। ਇਸ ਜਗ੍ਹਾ ਦੇ ਅੰਦਰ ਕਾਊਂਟਿੰਗ ਸੈਂਟਰ ਬਣੇ ਹੋਏ ਨੇ ਔਰ ਇਸ ਜਗ੍ਹਾ ਦੇ ਉੱਪਰ ਕਾਊਂਟਿੰਗ ਵੋਟਾਂ ਦੀ ਹੋਣੀ ਹੈ। ਔਰ ਦੂਸਰੀ ਜਿਹੜਾ ਕਾਊਂਟਿੰਗ ਸੈਂਟਰ ਆ ਉਹ ਪੋਲੀਟੈਕਨੀਕਲ ਕਾਲਜ ਹੈ, ਜਿਸ ਦੇ ਵਿੱਚ 1 ਤੋਂ ਲੈ ਕੇ 7 ਵਾਰਡਾਂ ਦੀ ਗਿਣਤੀ ਹੋਣੀ ਹੈ ਔਰ ਦੂਸਰੀ ਜਿਹੜੀ ਗਿਣਤੀ ਹੈ ਉਹ IHM ਦੇ ਵਿੱਚ ਹੋਣੀ ਹੈ। ਤਾਂ ਕਰਕੇ ਸੁਰੱਖਿਆ ਦੇ ਪ੍ਰਬੰਧ ਨੇ ਜਿਹੜੇ ਉਹ 4-4 ਕੀਤੇ ਹੋਏ ਨੇ, ਕਿਉਂਕਿ ਕਿਤੇ ਨਾ ਕਿਤੇ ਜਾ ਕੇ ਕੋਈ ਅਨਸਕਾਮੀ ਘਟਨਾ ਨਾ ਹੋਵੇ। ਤਾਂ ਕਰਕੇ ਪੁਲਿਸ ਹੈ ਜਿਹੜੀ ਕਾਫੀ ਵੱਡੀ ਗਿਣਤੀ ਵਿੱਚ ਤੈਨਾਤ ਕੀਤੀ ਹੋਈ ਹੈ। ਅੱਜ ਦੀ ਗੱਲ ਕੀਤੀ ਜਾਵੇ ਤਾਂ ਕਿਤੇ ਨਾ ਕਿਤੇ ਜਾ ਕੇ ਕਾਂਗਰਸ ਦਾ ਇਮਤਿਹਾਨ ਵਾਲੀ ਗੱਲ ਹੈ, ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਅਕਾਲੀ ਦਲ ਦਾ ਕਬਜ਼ਾ ਹੈ। ਜੇ 2 ਵਾਰ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ 10 ਸਾਲ ਅਕਾਲੀ ਦਲ ਦੀ ਜਿਹੜੀ ਸਰਕਾਰ ਰਹੀ ਹੈ, ਅਕਾਲੀ ਦਲ ਦੀ ਸਰਕਾਰ ਤੋਂ ਬਾਅਦ ਮੇਅਰ ਹੈ ਅਕਾਲੀ ਦਲ ਦਾ ਬਣਦਾ ਜਾ ਰਿਹਾ। ਉਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਜ਼ਿਆਦਾਤਰ ਕਬਜ਼ਾ ਹੈ ਜਿਹੜਾ ਅਕਾਲੀ ਦਲ ਦਾ ਰਿਹਾ, ਕਿਉਂਕਿ ਉਸ ਤੋਂ ਪਹਿਲਾਂ ਜਿਹੜੀ ਨਗਰ ਕੌਂਸਲ ਹੁੰਦੀ ਸੀ। ਤੀਸਰੀ ਜਿਹੜੀ ਚੋਣ ਹੈ ਉਹ ਨਗਰ ਨਿਗਮ ਬਠਿੰਡਾ ਦੀ ਹੋਈ ਹੈ। ਤਾਂ ਕਰਕੇ ਕਿਤੇ ਨਾ ਕਿਤੇ ਜਾ ਕੇ ਮਨਪ੍ਰੀਤ ਸਿੰਘ ਬਾਦਲ ਦਾ ਜਿਹੜਾ ਵਕਾਰ ਹੈ ਉਹ ਜ਼ਰੂਰ ਦਾਅ 'ਤੇ ਲੱਗਿਆ ਹੋਇਆ। ਤਾਂ ਕਰਕੇ ਜੇ ਚੋਣਾਂ ਦੇ ਵਿੱਚ ਪ੍ਰਚਾਰ ਦੀ ਗੱਲ ਕੀਤੀ ਜਾਵੇ ਤਾਂ ਉਦੋਂ ਵੀ ਮਨਪ੍ਰੀਤ ਸਿੰਘ ਬਾਦਲ ਸੀ ਜਿਹੜੇ ਉਹ ਖੁਦ ਚੋਣ ਪ੍ਰਚਾਰ ਕਰਦੇ ਰਹੇ ਸੀ ਔਰ ਉਹਨਾਂ ਦੇ ਬੇਟੇ, ਉਹਨਾਂ ਦੀ ਧਰਮ ਪਤਨੀ ਔਰ ਪੂਰੇ ਦਾ ਪੂਰਾ ਪਰਿਵਾਰ ਕਿਤੇ ਨਾ ਕਿਤੇ ਜਾ ਕੇ ਚੋਣ ਪ੍ਰਚਾਰ ਦੇ ਜੁੜਿਆ ਹੋਇਆ ਸੀ। ਅੱਜ ਸਭ ਤੋਂ ਵੱਡਾ ਦਿਨ ਇਸੇ ਕਰਕੇ ਹੈ, ਕਿਤੇ ਨਾ ਕਿਤੇ ਕਾਂਗਰਸ ਹੈ ਉਹ ਆਪਦੇ ਉਹਦੇ ਵਕਾਰ ਦਾ ਸਵਾਲ ਗੌਰਵ ਬਣੇ ਹੋਏ। ਤਾਂ ਕਰਕੇ ਕਾਂਗਰਸ ਕਿਤੇ ਨਾ ਕਿਤੇ ਜਾ ਕੇ ਇਹ ਚਾਹੁੰਦੀ ਹੈ ਕਿ ਮੇਅਰ ਹੈ ਉਹਨਾਂ ਦਾ ਬਣੇ। ਤਾਂ ਕਰਕੇ ਜਿਹੜੇ ਨਜ਼ਰਾਂ ਨੇ ਕਿਤੇ ਨਾ ਕਿਤੇ ਜਾ ਕੇ ਇਸੇ ਨਗਰ ਨਿਗਮ ਚੋਣਾਂ ਦੇ ਉੱਪਰ ਕਾਂਗਰਸ ਦੀਆਂ ਨਜ਼ਰ ਆ ਰਹੀਆਂ ਨੇ। ਗੌਰਵ, ਚਲੋ ਸ਼ੁਕਰੀਆ, ਤੁਸੀਂ ਸਾਡੇ ਨਾਲ ਬਣੇ ਰਹੋ। ਮੈਂ ਤੁਹਾਡੇ ਤੋਂ ਹੋਰ ਵੀ ਅਪਡੇਟ ਲਵਾਂਗਾ ਲਾਜ਼ਮੀ ਤੌਰ ਦੇ ਉੱਤੇ। ਜਦੋਂ ਸੱਤਾ ਪੱਖ ਦੇ ਸਾਹਮਣੇ ਚੁਣੌਤੀ ਤਾਂ ਹੁੰਦੀ ਹੈ, ਹਰ ਵਾਰ ਅਸੀਂ ਦੇਖਦੇ ਹਾਂ, ਚਾਹੇ ਪੰਚਾਇਤੀ ਚੋਣਾਂ ਹੋਣ, ਬਲਾਕ ਸੰਮਤੀ ਦੀਆਂ ਚੋਣਾਂ ਹੋਣ ਜਾਂ ਫਿਰ ਨਗਰ ਕੌਂਸਲ ਜਾਂ ਨਗਰ ਨਿਗਮ ਦੀਆਂ ਚੋਣਾਂ ਹੋਣ, ਤਾਂ ਇੱਕ ਵੱਡੀ ਚੁਣੌਤੀ ਸੱਤਾ ਪੱਖ ਦੇ ਸਾਹਮਣੇ ਹੁੰਦੀ ਹੈ। ਵੱਡੀ ਖਬਰ ਅੱਜ ਦੇ ਦਿਨ ਦੀ ਥੋੜੀ ਦੇਰ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ VOTING ਤੋਂ ਬਾਅਦ ਹੁਣ ਕਾਊਂਟਿੰਗ ਦਾ ਪ੍ਰੋਸੈਸ ਸ਼ੁਰੂ ਹੋ ਜਾਏਗਾ। ਐਤਵਾਰ ਨੂੰ VOTING ਹੋ ਚੁੱਕੀ ਹੈ ਤੇ ਅੱਜ ਨਤੀਜਿਆਂ ਦਾ ਇੰਤਜ਼ਾਰ ਹੈ। ਕੁਝ ਹੀ ਪਲਾਂ ਦੇ ਵਿੱਚ ਜਿਹੜੇ ਨਤੀਜੇ ਐਲਾਨੇ ਜਾਣਗੇ ਤੇ ਜਿਹੜੇ ਦਿਲ ਦੀਆਂ ਧੜਕਣਾਂ ਨੇ ਉਹ ਲਾਜ਼ਮੀ ਤੌਰ ਤੇ ਉਮੀਦਵਾਰਾਂ ਦੀਆਂ ਵਧੀਆਂ ਹੋਣਗੀਆਂ। ਹਰ ਕਿਸੇ ਨੂੰ ਆਪਣੀ ਜਿੱਤ ਦੀ ਉਮੀਦ ਹੁੰਦੀ ਹੈ ਤੇ ਇਸ ਵਿਚਾਲੇ ਕਿਸ ਦੀ ਉਮੀਦ ਦੇ ਉੱਤੇ ਬੂਰ ਪੈਂਦਾ ਹੈ ਤੇ ਕਿਸ ਦਾ ਸਾਥ, ਵੋਟਰਾਂ ਦਾ ਕਿਸ ਨੂੰ ਮਿਲਦਾ ਹੈ ਸਾਥ, ਉਹ ਵੀ ਥੋੜੀ ਦੇਰ ਦੇ ਵਿੱਚ ਕਲੀਅਰ ਹੋ ਜਾਏਗਾ। ਨਾਲ ਅਸੀਂ ਤੁਹਾਨੂੰ ਦੱਸਾਂਗੇ ਪੂਰਾ ਅਪਡੇਟ। ਮੈਂ ਫਰੀਦਕੋਟ ਜ਼ਿਲ੍ਹੇ ਦਾ ਜ਼ਿਕਰ ਕਰਾਂ ਤਾਂ ਕੋਟਪੂਰਾ ਦੇ ਵਿੱਚ ਇਸ ਵਾਰ 29 ਵਾਰਡ ਨੇ, 159 ਉਮੀਦਵਾਰ ਮੈਦਾਨ ਦੇ ਵਿੱਚ ਨੇ। ਫਰੀਦਕੋਟ ਦਾ ਹੀ ਜ਼ਿਕਰ ਕਰ ਲਵਾਂ, ਉੱਥੇ ਵੀ ਨਗਰ ਕੌਂਸਲ ਹੈ। ਕੁੱਲ ਵਾਰਡ ਉੱਥੇ 25 ਨੇ, 108 ਉਮੀਦਵਾਰ ਮੈਦਾਨ ਦੇ ਵਿੱਚ ਨੇ। ਜਦੋਂ ਕਿ ਜੈਤੋਂ ਦੇ ਵਿੱਚ ਕੁੱਲ ਵਾਰਡ 17 ਨੇ ਤੇ ਕੁੱਲ ਉਮੀਦਵਾਰ 107 ਮੈਦਾਨ ਦੇ ਵਿੱਚ ਨੇ। ਮਾਝੇ ਦਾ ਰੁਖ ਕਰ ਲੈਣਾ। ਇਸੇ ਤਰੀਕੇ ਨਾਲ ਹਰ ਜ਼ਿਲ੍ਹੇ ਦਾ ਅਪਡੇਟ ਅਸੀਂ ਤੁਹਾਨੂੰ ਦੇਣ ਦੀ ਕੋਸ਼ਿਸ਼ ਕਰਾਂਗੇ। ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਨਗਰ ਨਿਗਮ ਹੈ ਬਟਾਲਾ, ਪਹਿਲੀ ਵਾਰ ਕਾਰਪੋਰੇਸ਼ਨ ਬਣਿਆ ਹੈ ਨਗਰ ਨਿਗਮ ਤੇ ਉੱਥੇ ਬਟਾਲਾ ਤੇ ਉੱਥੇ ਵੋਟਾਂ ਪੈਣ ਜਾ ਰਹੀਆਂ ਨੇ। ਬਟਾਲਾ 'ਚ 50 ਵਾਰਡ ਨੇ, ਗੁਰਦਾਸਪੁਰ ਦੇ ਵਿੱਚ 29 ਵਾਰਡ ਨੇ, ਦੀਨਾਨਗਰ ਦੇ ਵਿੱਚ 15 ਵਾਰਡ ਨੇ, ਧਾਰੀਵਾਲ ਦੇ ਵਿੱਚ 13 ਵਾਰਡ ਨੇ, ਕਾਦੀਆਂ ਦੇ ਵਿੱਚ 15 ਵਾਰਡ ਨੇ ਜਿੱਥੇ VOTING ਹੋ ਰਹੀ ਹੈ। ਇਸੇ ਤਰੀਕੇ ਨਾਲ ਫਤਿਹਗੜ੍ਹ ਚੂੜੀਆਂ ਦੇ ਵਿੱਚ 13 ਵਾਰਡ ਨੇ, ਸ਼੍ਰੀ ਹਰਗੋਬਿੰਦ ਦੇ ਵਿੱਚ 11 ਵਾਰਡ ਨੇ ਜਿੱਥੇ ਅੱਜ VOTING ਹੋਣ ਜਾ ਰਹੀ ਹੈ। ਮੈਂ ਮੋਹਾਲੀ ਜ਼ਿਲ੍ਹੇ ਦਾ ਇੱਕ ਵਾਰ ਫਿਰ ਤੋਂ ਮੈਂ ਮਾਲਵੇ ਵੱਲ ਰੁਖ ਕਰਦਾ ਹਾਂ। ਮੋਹਾਲੀ ਦੇ ਵਿੱਚ ਨਗਰ ਨਿਗਮ ਹੈ, 50 ਵਾਰਡ ਨੇ ਪਰ ਨਤੀਜੇ ਆਉਣਗੇ ਕੱਲ
ਉੱਤੇ ਮੋਹਾਲੀ ਦੇ ਵਿੱਚ ਜੇ ਖਰੜ ਦਾ ਅਸੀਂ ਜ਼ਿਕਰ ਕਰ ਲਈਏ, ਖਰੜ ਦੇ ਵਿੱਚ 27 ਵਾਰਡ ਨੇ ਜਿੱਥੇ ਅੱਜ ਕਾਊਂਟਿੰਗ ਦਾ ਪ੍ਰੋਸੈਸ ਥੋੜੀ ਕੁਝ ਹੀ ਪਲਾਂ ਦੇ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ, ਤੇ ਉਧਰ ਜ਼ੀਰਕਪੁਰ ਦੇ ਵਿੱਚ 31 ਵਾਰਡ ਨੇ ਟੋਟਲ। ਇਹ ਵੀ ਮੋਹਾਲੀ ਦੇ ਵਿੱਚ ਆਉਂਦਾ ਹੈ। ਨਗਰ ਕੌਂਸਲ ਹੈ, 125 ਉਮੀਦਵਾਰ ਮੈਦਾਨ ਦੇ ਵਿੱਚ ਨੇ 31 ਵਾਰਡਸ ਦੇ ਲਈ। ਇੱਥੇ ਵੋਟਿੰਗ ਪਰਸੈਂਟੇਜ ਕੋਈ ਬਹੁਤ ਜ਼ਿਆਦਾ ਨਹੀਂ ਰਿਹਾ ਸੀ। ਇਹ ਜ਼ਰੂਰ ਚਿੰਤਾ ਵਾਲੀ ਗੱਲ ਹੁੰਦੀ ਹੈ ਜਦੋਂ ਲੋਕ ਆਪਣੇ ਵੋਟ ਹੱਕ ਦਾ ਇਸਤੇਮਾਲ ਘੱਟ ਕਰਨ। ਜੋ ਸਾਡੇ ਕੋਲ ਜਾਣਕਾਰੀ ਹੈ ਕਰੀਬ 55% ਇੱਥੇ ਵੋਟਿੰਗ ਪਰਸੈਂਟੇਜ ਰਿਹਾ ਸੀ। ਤੁਹਾਨੂੰ ਦੱਸ ਦਈਏ ਕਿ ਡੇਰਾਬੱਸੀ ਦੇ ਉੱਤੇ ਵੀ ਬਹੁਤ ਸਾਰੀਆਂ ਨਜ਼ਰਾਂ ਹੋਣਗੀਆਂ, ਕਿਉਂਕਿ ਡੇਰਾਬੱਸੀ ਤੋਂ ਕਾਂਗਰਸ ਜਿਹੜੇ ਇੰਚਾਰਜ ਨੇ ਦੀਪਿੰਦਰ ਢਿੱਲੋਂ, ਉਹਨਾਂ ਦੇ ਬੇਟੇ ਉਦੈਵੀਰ ਢਿੱਲੋਂ ਵੀ ਵਾਰਡ ਨੰਬਰ 12 ਤੋਂ ਚੋਣ ਮੈਦਾਨ ਦੇ ਵਿੱਚ ਨੇ। ਸਾਡੀ ਕੋਸ਼ਿਸ਼ ਹੋਏਗੀ ਕਿ ਆਲ ਓਵਰ ਪੰਜਾਬ 'ਚ ਜਿਹੜੇ ਵੱਡੇ ਚਿਹਰੇ ਨੇ, ਜਿਵੇਂ ਮੈਂ ਮੋਗਾ ਦਾ ਜ਼ਿਕਰ ਕਰਾਂ ਤਾਂ ਮੋਗਾ ਦੇ ਵਿੱਚ ਉੱਥੇ ਵਿਧਾਇਕ ਨੇ ਹਰਜੋਤ ਕਮਲ, ਉਹਨਾਂ ਦੀ ਪਤਨੀ ਵਾਰਡ ਨੰਬਰ 1 ਤੋਂ ਮੈਦਾਨ ਦੇ ਵਿੱਚ ਹੈ, ਤਾਂ ਉੱਥੇ ਵੀ ਲਾਜ਼ਮੀ ਤੌਰ ਤੇ ਨਜ਼ਰ ਰਹੇਗੀ ਕਿ ਕੀ ਕੁਝ ਹੁੰਦਾ ਹੈ। ਇਹ ਵੀ ਤੁਹਾਨੂੰ ਦੱਸ ਦਈਏ ਡੇਰਾਬੱਸੀ ਦਾ ਮੈਂ ਇੱਕ ਵਾਰ ਫਿਰ ਤੋਂ ਜ਼ਿਕਰ ਕਰ ਦਵਾਂ। ਡੇਰਾਬੱਸੀ ਤੋਂ ਵਿਧਾਇਕ NK ਸ਼ਰਮਾ ਦੇ ਭਰਾ ਧਮਿੰਦਰ ਸ਼ਰਮਾ ਵਾਰਡ ਨੰਬਰ 18 ਤੋਂ ਚੋਣ ਲੜ ਰਹੇ ਨੇ। ਤਾਂ ਇਸੇ ਤਰੀਕੇ ਨਾਲ ਕਿੱਥੇ ਕਿਹੜਾ VIP ਉਮੀਦਵਾਰ ਹੈ ਉਹ ਵੀ ਤੁਹਾਡੇ ਤੱਕ ਜਾਣਕਾਰੀ ਪੂਰੀ ਪਹੁੰਚਾਵਾਂਗੇ। ਤਾਂ ਚੋਣਾਂ ਦੇ ਨਤੀਜਿਆਂ ਦਾ ਇੰਤਜ਼ਾਰ ਹੈ, ਪਰ ਇਸ ਸਭ ਦੇ ਵਿਚਾਲੇ ਸਿੰਘੂ ਬਾਰਡਰ ਤੋਂ ਇੱਕ ਵੱਡੀ ਖਬਰ ਹੈ, ਉਸ ਦਾ ਰੁਖ ਕਰਦੇ ਹਾਂ। ਸਿੰਘੂ ਬਾਰਡਰ ਦੇ ਉੱਤੇ SHO ਤੇ ਹਮਲੇ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ। ਅੰਦੋਲਨ ਦੇ ਵਿੱਚ ਸ਼ਾਮਲ ਪ੍ਰਦਰਸ਼ਨਕਾਰੀ ਦੇ ਵੱਲੋਂ ਹਮਲਾ ਕੀਤਾ ਗਿਆ, ਜੋ ਇਲਜ਼ਾਮ ਨੇ ਪੁਲਿਸ ਦੇ ਜਵਾਨ ਦੀ ਕਾਰ ਖੋਹ ਕੇ ਭੱਜ ਰਿਹਾ ਸੀ ਮੁਲਜ਼ਮ ਪਿੱਛਾ ਕਰ ਰਹੇ SHO ਦੇ ਉੱਤੇ ਤਲਵਾਰ ਦੇ ਨਾਲ ਹਮਲਾ ਕੀਤਾ ਗਿਆ। SHO ਦੀ ਗਰਦਨ ਤੇ ਸੱਟ ਲੱਗੀ ਹੈ, ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹੈ, ਗੰਭੀਰ ਦੱਸਿਆ ਜਾ ਰਿਹਾ ਹੈ। ਪ੍ਰਦਰਸ਼ਨਕਾਰੀ ਨਿਹੰਗ ਹਰਪ੍ਰੀਤ ਸਿੰਘ ਗ੍ਰਿਫਤਾਰ ਵੀ ਕਰ ਲਿਆ ਗਿਆ। ਲੁੱਟ ਅਤੇ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ ਗਿਆ। ਵੱਡੀ ਖਬਰ ਹੈ ਇਸ ਸਮੇਂ ਜੋ ਅਸੀਂ ਤੁਹਾਨੂੰ ਦੇ ਰਹੇ ਹਾਂ ਸਿੰਘੂ ਬਾਰਡਰ ਤੋਂ, ਜੋ ਇਲਜ਼ਾਮ ਲੱਗ ਰਹੇ ਨੇ, ਜੋ ਜਾਣਕਾਰੀ ਪਹੁੰਚ ਰਹੀ ਹੈ ਕਿ SHO ਦੇ ਉੱਤੇ ਹਮਲਾ ਹੋਇਆ। ਸੱਦਾ रुख करते हैं शंकर आनंद, साढ़े सहयोगी दिल्ली तो इस समय फोन लाइन से साढ़े नाल ने। शंकर, क्या कुछ आपके पास जानकारी इस पूरे घटनाक्रम में, पूरी वारदात में? दरअसल ये जो मामला है कल रात 8 से 8:15 बजे का है, जिस वक्त में हरप्रीत सिंह नाम का एक जो प्रदर्शनकारी है, जो किसान प्रदर्शन के दौरान में वहां पर मौजूद था, उसने वहां पर एक अपने तलवार के दम पर एक पुलिसकर्मी का कार जो है वो लेकर भागने लगा। इसी बीच में उसके पीछे कई पुलिसकर्मी दौड़े। जब पुलिसकर्मी उसके पीछे दौड़ना स्टार्ट किए तो उसके बाद कुछ दूरी पर यानी मुकरबा बॉर्डर पर जाकर उस शख्स ने उस कार को छोड़ दिया और वहां से एक स्कूटी लेकर भागना शुरू किया, जिससे कि गली मोहल्ले के अंदर से आसानी से निकला जा सके। उसके बाद पुलिसकर्मी भी उसके पीछे दौड़े और अपने कार का पीछा करना शुरू किए। कुछ देर के बाद पुलिसकर्मी और वो शख्स हरप्रीत सिंह दोनों आमने सामने जब आ गए, उसके बाद अपने तलवार से एक पुलिसकर्मी पर हमला किया। जो पुलिसकर्मी जिसको चोट आई है वो समयपुर बागली का SHO है और उसका नाम आशीष दुबे है। आशीष दुबे जख्मी हुए, इसके साथ ही एक और शख्स जो है वो जख्मी हुए और जो SHO की जान हालांकि बच गई। गर्दन पर चोट लगी है, रात में उनको अस्पताल में भर्ती कराया गया और इस मामले की नजाकत को देखते हुए तमाम पुलिसकर्मियों ने उस शख्स को गिरफ्तार कर लिया है। हालांकि रात में इस मामले में उसका मेडिकल जांच भी करवाया जा रहा था कि कहीं वो शराब के नशे में तो नहीं है या कोई नशा तो नहीं कर रखा है, तो इस मामले की भी जांच करवाई जा रही थी। लेकिन जिस तरह से ये मामला सामने आया है, इस मामले में जो वरिष्ठ पुलिस अधिकारी इस मामले में इन्वेस्टिगेशन भी करवा रहे हैं कि आखिर किस तरह से ये पूरा मामला हुआ, किस तरह से उस प्रदर्शनकारी ने पुलिसकर्मी पर हमला किया और वो आखिर कार लेकर क्यों भागना चाहता था। तो इस मामले में अब तफ्तीश की जा रही है। जो आरोपी है वो मूल रूप से पंजाब का रहने वाला है और उसके खिलाफ 2 मुकदमे दर्ज किए गए हैं। पहला मुकदमा है धारा 307 यानी कि हत्या का प्रयास और दूसरा है वाहन लूटने का। तो इन दोनों धाराओं के तहत मामला दर्ज कर लिया गया है और इस मामले की तफ्तीश की जा रही है। ठीक है, SHO कहाँ का था, वहां ड्यूटी पे लगा हुआ था, ये भी आनंद बता दीजिए। हरियाणा पुलिस का होगा लाजमी तौर पर, क्योंकि सिंगू वाली बॉर्डर की साइड अगर हम बात करें तो हरियाणा पुलिस भी वहां पर तैनात है। नहीं, ये जो मामला हुआ है सिंगू बॉर्डर से दिल्ली बॉर्डर की जो रास्ता आता है ना, वो उस जगह का मामला है जी। तो वहाँ पर जो दिल्ली के अंदर दिल्ली के जो एक बॉर्डर है वो है समयपुर बागली
और वहाँ के जो आसपास के जो थाना वाले इलाके होते हैं उनको भी तैनात किया जाता है। तो समयपुर बादली जो दिल्ली के अंतर्गत पड़ता है, वहाँ के SHO को सिंगू बॉर्डर पे तैनात किया गया था। और जो SHO हैं जो जख्मी हुए हैं उनका नाम आशीष दुबे है। ठीक है, मैं यही समझना चाह रहा था क्योंकि दर्शक भी जानना चाह रहे होंगे, क्योंकि सिंगू बॉर्डर के ऊपर बहुत पुख्ता तौर पर बैरिकेडिंग की गई थी, लेकिन दूसरी तरफ भी दिल्ली वाली साइड भी प्रदर्शन तो जारी था। ये भी एक बार फिर से आप बता दीजिए कि कार लेकर भाग रहा था, किस तरह से, या पुलिस की कार थी, SHO की निजी कार थी, इसके बारे में कोई जानकारी, या किसी और की कार थी? देखिए, इस मामले में अभी तक बहुत ज्यादा जानकारी नहीं दी गई है, लेकिन इतना जो FIR है उसके मुताबिक ये बताया गया है कि जो दिल्ली के साइड मैंने कि जो बॉर्डर लगा हुआ है, जो बैरिकेडिंग की हुई है, उस बैरिकेड के दूसरी साइड यानी कि दिल्ली साइड, दिल्ली से मुकरबा बॉर्डर होते हुए जो रास्ता सीधे ITO की ओर जाती है, इस साइड की ये मामला है। जो बैरिकेड लगा हुआ है उसके दिल्ली साइड वाले में, तो वहां पर जो कार लगी हुई थी उस पर कार में बैठ करके जब वो निकलने का प्रयास किया, तलवार के दम पे पहले उसको कार को उसमें खुद से बैठा, उसके बाद जब वो निकलना शुरू हुआ तो उसके बाद तुरंत वहां पर स्थानीय जो और भी दूसरे पुलिस थे उन्होंने तुरंत वायरलेस पे कॉल दिया कि एक शख्स तलवार के दम पर कार में बैठ करके लेकर भागने की कोशिश कर रहा है। तो मुकरबा बॉर्डर की अगर बात करें तो ये मुकरबा बॉर्डर मुकरमा चौक जो है वो वही चौक है जहां से आपको याद होगा कि जब सिंगू बॉर्डर 26 जनवरी को जब वहां से ट्रैक्टर मार्च निकला था और जहां से यू टर्न लेना था, यू टर्न लेकर वापस फिर सिंगू बॉर्डर पर जाना था, लेकिन वहां से ही बैरिकेड जो पहला तोड़ा गया था, उसके बाद तमाम जो प्रदर्शनकारी है दिल्ली की ओर मूव किए थे। तो वही मुकरबा चौक उसी जगह पर उस शख्स ने उस कार को छोड़ दिया और पास में जो एक स्कूटी वहां पे पड़ा था, स्कूटी चालक को धकेल के उसके बाद स्कूटी लेकर वहां से निकलने का प्रयास किया। और जो उसके पास में समयपुर बादली जो इलाका जो है वहां पर उस गली मोहल्ले में उस वक्त ने सोचा कि गली मोहल्ले के अंदर निकला जाए जिससे कि वो बच सके, लेकिन स्कूटी से जब लेके भागने का प्रयास किया, रास्ता बहुत ज्यादा अच्छा नहीं था, जिसके चलते वो वहां पे पकड़ा गया। और पकड़े जाने के बाद में जो SHO वहां पे मौके पे पहुंचे, जो SHO सबसे पहले उसे धर दबोचने के लिए पहुंचे, तो उसके ऊपर में तलवार से हमला किए जाने की खबर है, जिसके चलते उनके गर्दन और उनके हाथ में चोट लगी है और उनको रात में ही पास के स्थानीय अस्पताल में भर्ती कराया गया। उसके बाद आरोपी को गिरफ्तार करने के बाद उसे पास के अस्पताल में ले जाकर उसका मेडिकल जांच करवाया गया और मेडिकल जांच करवाने के बाद उसकी औपचारिक तौर पर गिरफ्तारी की पुष्टि कर दी गई है। चलो शुक्रिया ਧੰਨਵਾਦ साडा जुड़न दे इस पूरी जानकारी दे लई। ਤਾਂ ਇਹ ਪੂਰਾ ਸਿੰਘੂ ਬਾਰਡਰ ਤੋਂ ਪੂਰਾ ਘਟਨਾਕ੍ਰਮ ਆਇਆ ਦਿੱਲੀ ਵਾਲੇ ਪਾਸੇ ਦੱਸਿਆ ਜਾ ਰਿਹਾ ਕਿ SHO ਵੀ ਦਿੱਲੀ ਦੇ ਵਿੱਚ ਸਮੇਪੁਰ ਬਾਦਲੀ ਥਾਣੇ ਦੇ ਵਿੱਚ ਤੈਨਾਤ ਸੀ, ਉਹਨਾਂ ਦੇ ਉੱਤੇ ਹਮਲਾ ਹੋਇਆ। ਲਾਜ਼ਮੀ ਤੌਰ ਤੇ ਜਾਂਚ ਦਾ ਵਿਸ਼ਾ ਹੈ ਕਿ ਆਖਰ ਇਹ ਕੌਣ ਨੇ, ਕਿ ਵਾਕਈ ਕੋਈ ਅੰਦੋਲਨਕਾਰੀ ਸੀ ਜਾਂ ਫਿਰ ਅੰਦੋਲਨਕਾਰੀ ਦੇ ਭੇਸ ਦੇ ਵਿੱਚ ਕੋਈ ਹੋਰ ਉੱਥੇ ਪਹੁੰਚਿਆ ਹੋਇਆ ਸੀ ਜਿਸ ਦੇ ਵੱਲੋਂ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਜਾਂਚ ਦਾ ਵਿਸ਼ਾ ਜ਼ਰੂਰ ਹੈਗਾ, ਇਹ ਪੁਲਿਸ ਜਾਂਚ ਕਰ ਰਹੀ ਹੈ। ਤੇ ਤੁਹਾਨੂੰ ਦੱਸ ਦਈਏ ਕਿ SHO ਦੇ ਉੱਤੇ ਤਲਵਾਰ ਦੇ ਨਾਲ ਹਮਲਾ ਜ਼ਰੂਰ ਕੀਤਾ ਗਿਆ। ਹਰਪ੍ਰੀਤ ਨਾਮ ਦੱਸਿਆ ਜਾ ਰਿਹਾ ਹੈ, कोई निहंग सिंह दसिया जा रहा है, हरप्रीत सिंह, जिसनों गिरफ्तार भी कर लिया गया है। इस न्यूज हेडलाइंस के प्रायोजक